श्री नानक पद पंकज बंदन पद पंकज बंदना सिमरो अंगद दोख निकंदना अमरदास गुर हृदय त्यागो हृदय त्यागो श्री गुरु रामदास गुण गावो श्री अर्जुन विघ्नन के नाशक विघ्नन के नाशक हरि गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम कृपाला परम कृपाला श्री गुरु गोविंद सिंह बेसाला तरों तरा पर पुन पुन सीसा पुन पुन सीसा बंदों बार बार जगदीशा जिसमें है अमृत ज्ञान है मानक भगत बैराग श्री गुरु ग्रंथ साहिब उदत बंदों कर अनुराग एक अंकारा सतगुरु तेह प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए तोटक छंद नित नानक आपन पैसो रहै जे हिरण ते अग भोगद है जुग जुग अटल। साहिब श्री गुरु ग्रंथ साहिब जी महाराज जी की पावन पवित्र हजूरी अंदर जुड़ मिल बैठे सत्कारयोग सत्संगी जनों दोवें हाथ जोड़ के फतेह प्रवान करो आखो जी वाहिगुरु जी का खालसा वाहिगुरु जी की फतेह। सतगुरां जी की अपार कृपा के सदका सानू इस भाग समा प्राप्त होया है कि असी रोजाना के नियम के मुताबिक जिथे सतगुरां जी की पावन बाणी का रस पिंडा कीर्तन सरवण करके हटे हाँ उस तो उपरंत चल रही लड़ीवार कथा विचारां के तहत आप जियां दे नाल विचारा करन दा समा प्राप्त होया है। अज दे इन्हां दीवाना अंदर असी अध्याय 26वें का प्रसंग आरंभ करांगे जिस दे विच धन गुरु नानक साहिब जी महाराज जी के घर दे विच बाबा श्री चंद जी का जन्म के बाबत विचार चर्चा कवि संतोख सिंह जी चूड़ामणी जी ने अपनी कलम के नाल इस प्रसंग दे विच अंकित की है। आओ विचारा आरंभ करने तो पहला धन गुरु नानक साहिब जी महाराज जी के चरणों के विच सीस झुकाउंदियां होइयां अपनी रसना तो उच्चारण करिए जी धन धन साहिब श्री गुरु नानक साहिब जी महाराज धन धन साहिब श्री गुरु नानक साहिब जी महाराज। नित नानक आपन पैसो रहै जे हिरण ते अग ओगद है। भाई बाला जी जिहड़े धन गुरु अंगद साहिब जी महाराज जी की शरण दे विच धन गुरु नानक साहिब जी महाराज जी के जीवन के बाबत कथा सुनाउणी करते हैं ते भाई बाला जी उच्चारण करते हैं कि धन गुरु अंगद साहिब जी महाराज
ਨਿਤ ਦਾ ਭਾਵ ਹੁੰਦਾ ਹਰ ਰੋਜ਼, ਸਦਾ ਹੀ। ਕਹਿੰਦੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਦਾ ਹੀ ਆਪਣੀ ਹੱਡੀ ਦੇ ਉੱਤੇ, ਆਪਣੀ ਦੁਕਾਨ ਦੇ ਉੱਤੇ ਸਮਾਂ ਬਤੀਤ ਕਰਦੇ ਨੇ। ਜੇ ਹਿਰਣ ਤੇ ਅਗੋਗਦ ਹੈ ਕਿ ਕਹਿੰਦੇ ਜਿਸ ਨੂੰ ਵੀ ਇੱਕ ਵਾਰ ਕਿਰਪਾ ਦੀ ਨਜ਼ਰ ਦੇ ਨਾਲ ਤੱਕ ਲੈਂਦੇ ਨੇ ਨਾ, ਜਿਨ੍ਹਾਂ ਦੇ ਉੱਤੇ ਵੀ ਕਿਰਪਾ ਭਰੀ ਦ੍ਰਿਸ਼ਟੀ ਜਿਹੜੀ ਹੈ ਪਾਉਂਦੇ ਨੇ, ਤੇ ਉਹਨਾਂ ਦੇ ਕਹਿੰਦੇ ਸਾਰੇ ਦੇ ਸਾਰੇ ਪਾਪ ਜਿਹੜੇ ਨੇ ਉਹ ਕੱਟੇ ਜਾਂਦੇ ਨੇ। ਕਰੁਣਾ ਕਰ ਡੀਠ ਪਿਖੈ ਜਿਹ ਕੋ, ਭਵ ਸਿੰਧ ਉਧਾਰ ਕਰੇ ਤਹਿ ਕੋ। ਤੇ ਕਹਿੰਦੇ ਜਿਨ੍ਹਾਂ ਦੇ ਉੱਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਹੋ ਜਾਂਦੀ ਹੈ, ਸਵੱਲੀ ਨਿਗਾਹ ਹੋ ਜਾਂਦੀ ਹੈ, ਤੇ ਕਹਿੰਦੇ ਫਿਰ ਉਹ ਮਨੁੱਖ ਇਸ ਸੰਸਾਰ ਸਮੁੰਦਰ ਤੋਂ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਇਕ ਤਿਉਸ ਗਏ ਪਗਨੀ ਸਦਨੰ, ਬਿਨ ਅੰਕ ਮਿਅੰਕ ਬਨਿਓ ਬਦਨੰ। ਇੱਕ ਦਾ ਭਾਵ ਗਿਣਤੀ ਦਾ ਇੱਕ, ਦਿਓਸ ਦਾ ਭਾਵ ਹੈ ਦਿਨ। ਕਹਿੰਦੇ ਇੱਕ ਦਿਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਭਗਨੀ ਦਾ ਭਾਵ ਹੈ ਭੈਣ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਕ ਦਿਨ ਆਪਣੀ ਭੈਣ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਗਏ ਨੇ। ਬਿਨ ਅੰਕ ਮਿਅੰਕ ਬਨਿਓ ਬਦਨੰ। ਤੇ ਕਹਿੰਦੇ ਉਹਨਾਂ ਦਾ ਮੁਖੜਾ ਇਸ ਤਰ੍ਹਾਂ ਹੈ ਵੀ ਜਿਵੇਂ ਚੰਦਰਮਾ ਦੀ ਰੋਸ਼ਨੀ ਹੁੰਦੀ ਹੈ ਨਾ, ਚੰਦਰਮਾ ਚਮਕਦਾ ਹੈ, ਪਰ ਕਹਿੰਦੇ ਚੰਦਰਮਾ ਦੇ ਵਿੱਚ ਵੀ ਕਿਤੇ ਨਾ ਕਿਤੇ ਦਾਗ ਹੁੰਦਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਮੁਖੜਾ ਇੰਜ ਹੈ ਵੀ ਕਿਵੇਂ ਕੋਈ ਚੰਦਰਮਾ ਵੀ ਦਾਗ ਰਹਿਤ ਹੋਵੇ। ਭਾਵ ਇੰਨਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮੁਖ ਦਾ ਪ੍ਰਕਾਸ਼ ਹੈ, ਇੰਨਾ ਪ੍ਰਤਾਪ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਹੈ। ਪਦ ਮੰਦੇ ਮੰਦ ਤਰੈ ਤਰਨੀ, ਉਪਮਾ ਅਰਬਿੰਦ ਬਲੇ ਪਰਨੀ। ਤੇ ਇਸੇ ਤਰ੍ਹਾਂ ਕਹਿੰਦੇ ਆਪਣੇ ਭੈਣ ਜੀ ਦੇ ਘਰ ਦੇ ਵੱਲ ਨੂੰ ਚਾਲੇ ਪਾਉਂਦੇ ਨੇ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੌਲੀ ਹੌਲੀ ਸਹਿਜੇ ਸਹਿਜੇ ਆਪਣੇ ਕਦਮ ਧਰਤੀ ਦੇ ਉੱਤੇ ਰੱਖਦੇ ਨੇ, ਆਪਣੇ ਚਰਨਾਂ ਨੂੰ ਧਰਤੀ ਦੇ ਉੱਤੇ ਧਰਦੇ ਨੇ। ਇਸੇ ਤਰ੍ਹਾਂ ਕਹਿੰਦੇ ਉਹਨਾਂ ਦੀ ਜਿਹੜੀ ਉਪਮਾ ਹੈ ਬਿਆਨ ਨਹੀਂ ਕੀਤੀ ਜਾ ਸਕਦੀ। ਪਗਨੀ ਪਿਖ ਸ਼੍ਰੀ ਮੁਖ ਕੋ ਹਰਖੀ, ਜਨ ਆਨੰਦ ਤਾ ਜਗ ਕੀ ਕਰਖੀ। ਜਦੋਂ ਬੇਬੇ ਨਾਨਕੀ ਜੀ ਨੇ ਆਪਣੇ ਸੋਹਣੇ ਵੀਰ ਨੂੰ ਆਪਣੇ ਘਰ ਆਉਂਦੇ ਤੱਕਿਆ ਨਾ, ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ ਬੇਬੇ ਨਾਨਕੀ ਜੀ ਨੇ, ਤੇ ਕਹਿੰਦੇ ਉਹਨਾਂ ਦੇ ਕੋਈ ਵੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਚਿਹਰਾ ਖੁਸ਼ੀ ਦੇ ਵਿੱਚ ਗਦ-ਗਦ ਕਰ ਉੱਠਿਆ ਵੀ ਮੇਰਾ ਵੀਰ ਚੱਲ ਕੇ ਮੇਰੇ ਘਰ ਦੇ ਵਿੱਚ ਆਇਆ। ਤੇ ਕਹਿੰਦੇ ਮੰਨ ਲਓ ਬੇਬੇ ਨਾਨਕੀ ਜੀ ਨੂੰ ਇੰਜ ਪ੍ਰਤੀਤ ਹੋਇਆ, ਇੰਜ ਖੁਸ਼ੀਆਂ ਮਨਾ ਰਹੇ ਨੇ ਜਿਵੇਂ ਸਾਰੀ ਕਾਇਨਾਤ ਦੀ ਧਨ ਦੌਲਤ ਉਹਨਾਂ ਦੇ ਘਰ ਦੇ ਵਿੱਚ ਚੱਲ ਕੇ ਆ ਗਈ ਹੋਵੇ। ਤੁਲਸਾ ਪਰਿਅੰਕ ਮਨੋਗਟ ਸਾ ਢਿਗ ਵੈਸ ਗਈ, ਕਹਿ ਬੈਣ ਸੁਸਾ। ਤੇ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਜਿਹੜੀ ਤੁਲਸਾ ਦੇਵੀ ਉਹਨਾਂ ਦੀ ਸੇਵਕਾ ਹੈ, ਉਹਨਾਂ ਦੀ ਦਾਸੀ ਹੈ, ਜਿਹੜੀ ਉਹਨਾਂ ਦੇ ਘਰ ਦੇ ਵਿੱਚ ਸਾਰੇ ਪਰਿਵਾਰ ਦੇ ਨਾਲ ਨਾਲ ਕੰਮ ਕਾਜ ਦੇ ਵਿੱਚ ਹੱਥ ਵਟਾਉਂਦੇ ਨੇ। ਕਹਿੰਦੇ ਫਿਰ ਦਾਸੀ ਤੁਲਸਾ ਨੇ ਬਹੁਤ ਸੁੰਦਰ ਪਲੰਘ ਵਿਛਾਇਆ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਇਸ ਪਲੰਘ ਦੇ ਉੱਤੇ ਵਿਰਾਜਮਾਨ ਹੋ ਗਏ। ਇਹਨਾਂ ਦੇ ਉੱਤੇ ਉਹਨਾਂ ਨੂੰ ਬਿਠਾਇਆ ਜਾਵੇਗਾ ਤੇ ਸੁੰਦਰ ਪਲੰਘ ਬਣਾਇਆ ਗਿਆ। ਦਾਸੀ ਤੁਲਸਾ ਜੀ ਵੱਲੋਂ ਤਿਆਰੀ ਕੀਤੀ ਗਈ। ਤੇ ਫਿਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਉਸ ਪਲੰਘ ਦੇ ਉੱਤੇ ਵਿਰਾਜਮਾਨ ਕੀਤਾ ਗਿਆ ਨਾ, ਤੇ ਨਾਲ ਹੀ ਨਾਲ ਕਹਿੰਦੇ ਢਿੱਗ ਬੈਸ ਗਈ, ਕਹਿ ਬੈਣ ਸੁਸਾ। ਤੇ ਨਾਲ ਹੀ ਨਾਲ ਉਹਨਾਂ ਦੇ ਨੇੜੇ ਬੇਬੇ ਨਾਨਕੀ ਜੀ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਾਸ ਬੈਠ ਗਏ ਹਨ। ਬਿਨ ਹੁਤ ਨਿਕੇਤ ਧਰੇ ਚਰਨਾ, ਮਨ ਜਾਤ ਹੋ ਜੇ ਭਈ ਕਰੁਣਾ। ਤੇ ਫਿਰ ਬੇਬੇ ਨਾਨਕੀ ਜੀ ਮਨ ਦੇ ਵਿੱਚ ਵਿਚਾਰ ਕਰਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਪਿਆਰੇ ਵੀਰ ਨੂੰ ਸਹਿਜ ਸੁਭਾਈ ਪੁੱਛ ਲੈਂਦੇ ਨੇ। ਕਹਿੰਦੇ ਬਿਨ ਹੋਤ ਨਿਕੇਤ ਧਰੇ ਚਰਨਾ। ਕਹਿੰਦੇ ਅੱਜ ਤਾਂ ਬਿਨਾਂ ਸੱਦੇ ਤੋਂ ਹੀ ਤੁਸੀਂ ਸਾਡੇ ਘਰਾਂ ਦੇ ਵਿੱਚ ਚਰਨ ਪਾ ਦਿੱਤੇ ਨੇ, ਬਿਨਾਂ ਆਖਿਆ ਹੀ ਤੁਸੀਂ ਸਾਨੂੰ ਦਰਸ਼ਨ ਦਿੱਤੇ ਨੇ। ਮਨ ਜਾਣਤ ਹੋ ਜੇ ਭਈ ਕਰਨਾ। ਕਹਿੰਦੇ ਤੁਸੀਂ ਸਾਡੇ ਦਿਲਾਂ ਦੀਆਂ ਜਾਣਨ ਵਾਲੇ ਹੋ, ਤੁਸੀਂ ਤਾਂ ਸਾਰਾ ਕੁਝ ਜਾਣਦੇ ਹੋ। ਇਸ ਕਰਕੇ ਕਹਿੰਦੇ ਸਾਡੇ ਬਿਨਾਂ ਆਖਿਆ ਹੀ ਤੁਸੀਂ ਚੱਲ ਕੇ ਆ ਕੇ ਸਾਨੂੰ ਦਰਸ਼ਨ ਦਿੱਤੇ ਹਨ। ਮੁਖ ਹੇਰਨ ਕੀ ਚਿਤ ਚਾਹੇ ਸਦਾ, ਨਿਤ ਯਾਦ ਕਰੋ ਤੁਮ ਆਪ ਤਦਾ। ਤੇ ਬੇਬੇ ਜੀ ਆਖਦੇ ਨੇ ਕਿ ਵੇ ਮੇਰੇ ਪਿਆਰੇ ਵੀਰ ਜੀ, ਤੁਹਾਡੇ ਦਰਸ਼ਨ ਕਰਨ ਦੇ ਲਈ ਨਾ ਸਾਡੇ ਮਨ ਦੇ ਵਿੱਚ ਸਦਾ ਹੀ ਤਾਂਘ ਬਣੀ ਰਹਿੰਦੀ ਹੈ। ਹਰ ਵੇਲੇ ਸਾਡਾ ਦਿਲ ਇਸੇ ਗੱਲ ਦੇ ਵਿੱਚ ਲੱਗਾ ਰਹਿੰਦਾ
ਮਨ ਦੇ ਵਿੱਚ ਇਹੀ ਵਿਚਾਰਾਂ ਚੱਲਦੀਆਂ ਰਹਿੰਦੀਆਂ ਨੇ, ਕਿਤੇ ਨਾ ਕਿਤੇ ਕਿਸੇ ਵੀ ਤਰੀਕੇ ਦੇ ਨਾਲ ਉਸ ਅਕਾਲ ਪੁਰਖ ਦੀ ਰੱਬੀ ਜੋਤ ਦੇ ਸਾਨੂੰ ਦਰਸ਼ਨ ਹੋ ਜਾਣ। ਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਬੇਬੇ ਨਾਨਕੀ ਜੀ ਆਖਦੇ ਨੇ, ਕਹਿੰਦੇ ਜਦੋਂ ਵੀ ਤੁਹਾਨੂੰ ਯਾਦ ਕੀਤਾ ਜਾਂਦਾ, ਨਿਤ ਯਾਦ ਕਰੋ ਤੁਮ ਆਵਤ ਤਾਂ। ਜਦੋਂ ਵੀ ਤੁਹਾਡੀ ਯਾਦ ਜ਼ਿਆਦਾ ਸਤਾਉਂਦੀ ਹੈ ਨਾ, ਤੁਹਾਡੇ ਬਿਨਾਂ ਸਾਡਾ ਜੀ ਨਹੀਂ ਲੱਗਦਾ, ਤੇ ਮਨ ਦੇ ਵਿੱਚ ਇਹ ਹੁੰਦਾ ਵੀ ਹੁਣ ਦਰਸ਼ਨਾਂ ਦੇ ਬਿਨਾਂ ਅਸੀਂ ਅਧੂਰੇ ਹਾਂ। ਤੇ ਕਹਿੰਦੇ ਤੁਸੀਂ ਉਸੇ ਸਮੇਂ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ, ਉਸੇ ਸਮੇਂ ਪ੍ਰਤੱਖ ਦਰਸ਼ਨ ਦੇ ਦਿੰਦੇ ਹੋ। ਪੁਨ ਨਾਨਕ ਬੈਨ ਪਨੇ ਸੁਣਿਐ, ਨਿਜ ਦਾਸ ਸਦਾ ਹਮ ਕੋ ਜਣਿਐ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਆਪਣੇ ਤੋਂ ਵਡੇਰੀ ਉਮਰ ਦੇ ਬੇਬੇ ਨਾਨਕੀ ਜੀ ਦੇ ਇਹ ਵਚਨ ਸੁਣੇ ਨਾ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਿਹੜੇ ਦਿਆਲੂ ਨੇ, ਕਿਰਪਾਲੂ ਨੇ, ਆਪਣੇ ਨਿਮਰਤਾ ਭਰਿਆ ਸੁਭਾਅ ਪੇਸ਼ ਕਰਦੇ ਹੋਏ ਆਖਦੇ ਨੇ ਕਿ ਹੇ ਪਿਆਰੇ ਭੈਣ ਜੀ, ਪੁਨ ਨਾਨਕ ਬੈਨ ਭਣੇ। ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕਹਿੰਦੇ ਬਚਨ ਕੇ, ਪੁਨ ਦਾ ਭਾਵ ਹੁੰਦਾ ਫਿਰ, ਬੈਣ ਦਾ ਭਾਵ ਹੁੰਦਾ ਬਚਨ, ਭਣੇ ਦਾ ਭਾਵ ਹੈ ਆਖਣਾ। ਕਹਿੰਦੇ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਆਖੇ ਕਿ ਹੇ ਪਿਆਰੇ ਭੈਣ ਜੀ, ਨਿਜ ਦਾਸ ਦਾ ਹਮ ਕੋ ਜਣਿਐ। ਕਹਿੰਦੇ ਮੈਨੂੰ ਤੁਸੀਂ ਆਪਣਾ ਸੇਵਕ ਕਰਕੇ ਜਾਣੋ, ਮੈਂ ਤਾਂ ਤੁਹਾਡਾ ਦਾਸ ਹਾਂ, ਤੁਸੀਂ ਮੈਨੂੰ ਆਪਣਾ ਦਾਸ ਕਰਕੇ ਜਾਣੋ। ਅਭਿਲਾਖ ਕਾਰਨ ਕੀ ਕਰੇ ਹੋ, ਤਬ ਤੂਰਨ ਆਉ ਨ ਮੈਂ ਟਰੇ ਹੋ। ਕਹਿੰਦੇ ਮੈਂ ਤੁਹਾਡਾ ਦਾਸ ਹਾਂ, ਤੁਹਾਡਾ ਸੇਵਕ ਹਾਂ, ਤੁਹਾਡਾ ਚਾਕਰ ਹਾਂ। ਜਦੋਂ ਵੀ ਤੁਹਾਡਾ ਮਨ ਕਰੇ ਦਰਸ਼ਨ ਕਰਨ ਨੂੰ, ਜਦੋਂ ਵੀ ਤੁਹਾਡਾ ਜੀ ਕਰੇ, ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੋਵੇ, ਬਿਨਾਂ ਕਿਸੇ ਝਿਜਕ ਤੋਂ ਕਹਿੰਦੇ ਤੁਸੀਂ ਸਾਨੂੰ ਸੱਦਾ ਦੇ ਦਿਓ, ਤੁਸੀਂ ਸਾਨੂੰ ਬੁਲਾ ਲੈਣਾ, ਤੇ ਕਹਿੰਦੇ ਅਸੀਂ ਤੁਰੰਤ ਉਸੇ ਵੇਲੇ ਤੁਹਾਡੇ ਕੋਲ ਆ ਜਾਵਾਂਗਾ, ਅਸੀਂ ਉਸੇ ਵੇਲੇ ਤੁਹਾਡੇ ਕੋਲ ਆ ਜਾਵਾਂਗੇ। ਕਦੇ ਵੀ ਕਹਿੰਦੇ ਇਸ ਤਰ੍ਹਾਂ ਨਹੀਂ ਹੋਇਆ ਵੀ ਤੁਸੀਂ ਸਾਨੂੰ ਯਾਦ ਕੀਤਾ ਹੋਵੇ, ਤੁਸੀਂ ਸਾਨੂੰ ਬੁਲਾਉਣਾ ਕੀਤਾ ਹੋਵੇ ਤੇ ਅਸੀਂ ਚੱਲ ਕੇ ਨਾ ਆਈਏ। ਮੁਝ ਤੇ ਪੈ ਧੀਰਗ ਹੈ ਤੁਮਰੀ, ਨਿਤ ਆਇਸ ਮੈਂ ਲਿਪਸਾ ਹਮਰੀ। ਮੁਝ ਤੇ ਬੈ ਦੀਰਘ, ਬੈ ਦਾ ਭਾਵ ਹੁੰਦਾ ਉਮਰ, ਦੀਰਘ ਦਾ ਭਾਵ ਹੁੰਦਾ ਵੱਡੀ। ਕਈ ਵਾਰੀ ਅਸੀਂ ਇਹ ਵੀ ਕਹਿ ਦਿੰਦੇ ਹਾਂ ਦੀਰਘ ਦਾ ਭਾਵ ਹੁੰਦਾ ਵਿਸ਼ਾਲ, ਵੱਡਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ, ਕਹਿੰਦੇ ਮੇਰੇ ਤੋਂ ਬੇਬੇ ਜੀ ਤੁਹਾਡੀ ਉਮਰ ਬਹੁਤ ਵੱਡੀ ਹੈ, ਤੁਸੀਂ ਮੇਰੇ ਤੋਂ ਵਡੇਰੇ ਹੋ। ਤੇ ਇਸੇ ਕਰਕੇ ਕਹਿੰਦੇ ਨੇ ਤਾਂ ਆਇਸ ਮੈਂ ਲਿਪਸਾ ਹਮਰੀ। ਕਹਿੰਦੀ ਮੇਰੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ, ਕਹਿੰਦੇ ਹੇ ਪਿਆਰੇ ਭੈਣ ਜੀ, ਤੁਸੀਂ ਉਮਰ ਦੇ ਵਿੱਚ ਸਾਡੇ ਤੋਂ ਵਡੇਰੇ ਹੋ, ਤੇ ਕਹਿੰਦੇ ਮੇਰੀ ਜੋ ਵੀ ਇੱਛਾ ਹੁੰਦੀ ਹੈ ਨਾ, ਤੁਹਾਡੀ ਆਗਿਆ ਦੇ ਵਿੱਚ ਚੱਲਦੀ ਹੈ, ਤੁਹਾਡੀ ਆਗਿਆ ਦਾ ਮੈਂ ਪਾਲਣ ਕਰਦਾ। ਮੇਰੀ ਆਪਣੀ ਨਿੱਜ ਦੀ ਕੋਈ ਇੱਛਾ ਨਹੀਂ ਹੁੰਦੀ, ਜਿਹੋ ਜੇ ਤੁਹਾਡੀ ਇੱਛਾ ਹੁੰਦੀ ਹੈ ਉਸੇ ਦੇ ਅਨੁਸਾਰ ਮੈਂ ਆਪਣੇ ਜੀਵਨ ਦੇ ਵਿੱਚ ਆਪਣਾ ਜੀਵਨ ਨਿਰਵਾਹ ਕਰਦਾ ਹਾਂ। ਤੁਮ ਬਾਕ ਨਾ ਮੋਰੋ ਮੈਂ ਕਬਹੀ, ਪ੍ਰਤਾਪ ਹੈ ਤੁਮਰਾ ਸਭਹੀ। ਤੇ ਪਾਤਸ਼ਾਹ ਜੀ ਆਖਦੇ ਨੇ ਕਿ ਪਿਆਰੇ ਭੈਣ ਜੀ, ਤੁਹਾਡੇ ਆਖੇ ਹੋਏ ਵਾਕ ਜਿਹੜੇ ਵੀ ਤੁਸੀਂ ਅੱਜ ਤੱਕ ਬਚਨ ਕੀਤੇ ਨੇ ਨਾ, ਕਦੇ ਵੀ ਉਹਨਾਂ ਬਚਨਾਂ ਨੂੰ ਮੈਂ ਵਾਪਸ ਨਹੀਂ ਮੋੜਿਆ। ਤੁਹਾਡੇ ਬਚਨਾਂ ਦੀ ਪਾਲਣਾ ਕੀਤੀ ਹੈ, ਸੱਤ ਕਰਕੇ ਮੰਨਿਆ ਹੈ, ਸਿਰ ਮੱਥੇ ਤੁਹਾਡੇ ਬਚਨਾਂ ਨੂੰ ਮੰਨਿਆ। ਕਹਿੰਦੇ ਪ੍ਰਤਾਪ ਹੈ ਤੁਮਰਾ ਸਭਹੀ, ਸਾਰਾ ਤੁਹਾਡਾ ਹੀ ਪ੍ਰਤਾਪ ਹੈ, ਤੁਹਾਡੇ ਪ੍ਰਤਾਪ ਦੇ ਅੱਗੇ ਮੈਂ ਕਿਣਕਾ ਮਾਤਰ ਵੀ ਨਹੀਂ ਹਾਂ। ਜੋ ਕੁਝ ਵੀ ਤੁਸੀਂ ਆਖਦੇ ਹੋ ਮੈਂ ਸਾਰਾ ਕੁਝ ਸੱਤ ਕਰਕੇ ਮੰਨ ਲੈਂਦਾ ਹਾਂ। ਜਗ ਕਾਰਜ ਜਾਰ ਸਮਾਨ ਫਸੈ ਬਿਲਗੇ, ਜੋ ਮਿਲੇ ਬਿਨ ਕਿਉ ਨਿਕਸੇ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਬੇਬੇ ਨਾਨਕੀ ਜੀ ਦੇ ਨਾਲ ਬਚਨ ਕਰਦੇ ਹੋਏ ਆਪਣੇ ਸ਼੍ਰੀ ਕੰਠ ਤੋਂ ਬਚਨ ਉਚਾਰਨ ਕਰਦੇ ਨੇ, ਜਗ ਕਾਰਜ ਜਾਰ ਸਮਾਨ ਫਸੇ। ਕਹਿੰਦੇ ਜਿਹੜਾ ਇਹ ਜਗਤ ਹੈ ਨਾ, ਜਗਤ ਦੇ ਜਿੰਨੇ ਵੀ ਕਾਰਜ ਨੇ, ਸੰਸਾਰ ਦੇ ਜਿੰਨੇ ਵੀ ਝਮੇਲੇ ਨੇ, ਜਿੰਨੇ ਵੀ ਕੰਮ ਕਾਜ ਨੇ, ਕਹਿੰਦੇ ਇੰਜ ਮੰਨੋ ਵੀ ਇੱਕ ਜਾਲ ਦੇ ਵਾਂਗ ਨੇ। ਜਿਵੇਂ ਸ਼ਿਕਾਰੀ ਕਿਸੇ ਦਾ ਸ਼ਿਕਾਰ ਕਰਦਾ ਹੈ ਨਾ, ਆਮ ਤੌਰ ਦੇ ਉੱਤੇ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਕਿਸੇ ਜ਼ਰੀਏ ਉਹ ਸਾਰਾ ਕੁਝ ਵਰਤਾਂਤ ਆਪਣੀਆਂ ਅੱਖਾਂ ਦੇ ਨਾਲ ਦੇਖ ਲੈਂਦੇ ਹਾਂ। ਜਦੋਂ ਸ਼ਿਕਾਰੀ ਕਿਸੇ ਵੀ ਚੀਜ਼ ਦਾ ਸ਼ਿਕਾਰ ਕਰਦਾ ਨਾ, ਉਹ ਜਾਲ ਵਿਛਾ ਦਿੰਦਾ। ਤੇ ਜਿਹੜਾ ਸ਼ਿਕਾਰ ਉਹਨੇ ਕਰਨ ਦਾ, ਸ਼ਿਕਾਰ ਜਦੋਂ ਜਾਲ ਦੇ ਵਿੱਚ ਆ ਕੇ ਫਸ ਜਾਂਦਾ ਨਾ, ਤੇ ਫਿਰ ਉਸ ਜਾਨਵਰ ਦਾ ਜਾਲ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੇਬੇ ਨਾਨਕ ਜੀ ਦੇ ਨਾਲ ਬਚਨ ਕਰਦੇ ਨੇ, ਕਹਿੰਦੇ ਜਗਤ ਦੇ ਜਿੰਨੇ ਵੀ ਕੰਮ ਕਾਜ ਨੇ ਨਾ, ਇਹ ਝਮੇਲੇ ਨੇ, ਉਹ ਜਾਲ ਦੇ ਵਾਂਗ ਨੇ।
ਤੇ ਜਿਵੇਂ ਜਾਲ ਦੇ ਵਿੱਚ ਸ਼ਿਕਾਰ ਫਸ ਜਾਂਦਾ, ਨਿਕਲਣਾ ਔਖਾ ਹੋ ਜਾਂਦਾ, ਕਹਿੰਦੇ ਇਹ ਸੰਸਾਰ ਦੇ ਜੀ ਇਸੇ ਤਰ੍ਹਾਂ ਜਾਲ ਦੇ ਵਿੱਚ ਫਸ ਜਾਂਦੇ ਨੇ। ਤੇ ਇਸ ਸੰਸਾਰ ਦੇ ਜੀਆਂ ਦਾ ਇਸ ਜਾਲ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੈ। ਬਿਲ ਕੇ ਜੋ ਮਿਲੇ ਬਿਨ ਕਿਉਂ ਨਿਕਸੇ। ਤੇ ਕਹਿੰਦੇ ਸੋ ਜਿਸ ਵਿੱਚ ਵੀ ਮਿਲੇ ਹੋਏ ਨੇ, ਭਾਵ ਜਿਹੜੇ ਵੀ ਕੰਮ ਕਾਜ ਦੇ ਵਿੱਚ ਲੱਗੇ ਹੋਏ ਨੇ, ਕੰਮ ਕਾਜ ਦੇ ਵਿੱਚ ਉਲਝੇ ਹੋਏ ਨੇ, ਕਹਿੰਦੇ ਉਹ ਪਰਮਾਤਮਾ ਦੀ ਢੋਈ ਤੋਂ ਬਿਨਾਂ ਇਸ ਜਾਲ ਦੇ ਵਿੱਚੋਂ ਨਿਕਲ ਨਹੀਂ ਸਕਦੇ। ਟਿਕਤ ਹੋਪਤ ਪੀ ਨਹਿ ਮੇਲ ਬਣੇ, ਦਿਸ਼ਟਾਂਤ ਹੈ ਮਤ ਬਾਣ ਬਣੇ। ਤੇ ਕਹਿੰਦੇ ਇਸੇ ਤਰ੍ਹਾਂ ਬੁੱਧੀਮਾਨ ਜਿਹੜੇ ਜੀਵ ਨੇ ਨਾ, ਜਿਨ੍ਹਾਂ ਦੀ ਮਤ ਬਹੁਤ ਤੇਜ਼ ਹੈ, ਜਿਹੜੇ ਗਿਆਨਵਾਨ ਨੇ, ਕਹਿੰਦੇ ਉਹਨਾਂ ਦਾ ਵੀ ਇਹੀ ਆਖਣਾ ਵੀ ਭਾਈ ਇਸ ਸੰਸਾਰ ਸਾਗਰ ਤੋਂ ਜੇਕਰ ਪਾਰ ਉਤਾਰਾ ਕਰਨਾ ਹੈ, ਇਸ ਜਗਤ ਦੇ ਮਾਇਆ ਦੇ ਜਾਲ ਦੇ ਵਿੱਚੋਂ ਜੇਕਰ ਬਚਣਾ ਹੈ, ਤਾਂ ਕਹਿੰਦੇ ਇੱਕੋ ਇੱਕ ਤਰੀਕਾ ਹੈ, ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਤੇ ਜ਼ਿੰਦਗੀ ਦੇ ਵਿੱਚ ਆਪਣਾ ਜੀਵਨ ਨਿਰਵਾਹ ਕਰਦਾ। ਕਹਿੰਦੇ ਭਲੇ ਕਾਰਜ ਕਰਨੇ ਚਾਹੀਦੇ ਨੇ, ਚੰਗੇ ਕਾਰਜ ਕਰਨੇ ਚਾਹੀਦੇ ਨੇ, ਫੇਰ ਹੀ ਮਨੁੱਖ ਇਸ ਜਾਲ ਤੋਂ ਬਚ ਸਕਦਾ ਹੈ। ਭਗਨੀ ਬਨ ਬਚ ਬੋਲਤ ਆਨਨ, ਸੋ ਅਸਗਾਤ ਕਹਿਓ ਅਨਜਾਨ ਸੋ। ਇਸੇ ਤਰ੍ਹਾਂ ਹੁਣ ਬੇਬੇ ਨਾਨਕੀ ਜੀ ਆਪਣੇ ਬਚਨ ਉਚਾਰਨ ਕਰਦੇ ਨੇ, ਆਪਣੇ ਮੁਖ ਤੋਂ ਉਚਾਰਨ ਕਰਦੇ ਨੇ ਤੇ ਆਖਦੇ ਨੇ ਅਸਗਾਤ ਕਿਉ ਅਣਜਾਣ ਸੋ। ਕਹਿੰਦੇ ਮੈਂ ਅਣਜਾਣਾ ਵਾਂਗ ਇੱਕ ਗੱਲ ਕਹਿੰਦੀ ਆ ਮੇਰੇ ਪਿਆਰੇ ਵੀਰ ਜੀ, ਮੈਂ ਤੁਹਾਨੂੰ ਇੱਕ ਗੱਲ ਆਖਣ ਲੱਗੀ, ਇੱਕ ਵਚਨ ਕਹਿਣ ਲੱਗੀ, ਇਹ ਸਮਝ ਲਓ ਵੀ ਮੈਂ ਅਣਜਾਣ ਆ, ਮੈਨੂੰ ਕਿਸੇ ਚੀਜ਼ ਦਾ ਗਿਆਨ ਨਹੀਂ ਹੈ। ਭਵ ਤਾਰਨ ਕੋ ਪਵ ਲੀਨ ਤੁਮੈ, ਭਵ ਦਾਇਕ ਨਾ ਪਰਮਾਉ ਹਮੈ। ਬੇਬੇ ਨਾਨਕੀ ਜੀ ਨੂੰ ਤਾਂ ਵੈਸੇ ਸਾਰੀ ਵਿਚਾਰ ਦਾ ਪਤਾ ਹੈ ਆਪਣੇ ਵੀਰ ਦੇ ਬਾਬਤ। ਅਸੀਂ ਹੁਣ ਤੱਕ ਦਾ ਜਿੰਨਾ ਵੀ ਇਤਿਹਾਸ ਸਰਵਣ ਕੀਤਾ ਹੈ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ ਹੈ, ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੇਵਕ ਬਣੇ ਨੇ, ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਿੱਖ ਬਣੇ ਨੇ, ਜਿਨ੍ਹਾਂ ਨੇ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਦੇ ਅੰਦਰ ਅਪਣਾਇਆ ਹੈ ਨਾ, ਉਹਨਾਂ ਸਾਰੇ ਸੇਵਕਾਂ ਦੇ ਵਿੱਚੋਂ ਬੇਬੇ ਨਾਨਕੀ ਜੀ ਪਹਿਲੀ ਕਤਾਰ ਦੇ ਵਿੱਚ ਆ ਜਾਂਦੇ ਨੇ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਹਿਚਾਣ ਕੀਤੀ ਸੀ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਕੇਵਲ ਆਪਣਾ ਵੀਰ ਕਰਕੇ ਨਹੀਂ ਜਾਣਿਆ, ਕੇਵਲ ਸਮਾਜ ਦੇ ਰਿਸ਼ਤੇ ਕਰਕੇ ਨਹੀਂ ਜਾਣਿਆ, ਸਗੋਂ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਉਸ ਅਕਾਲ ਪੁਰਖ ਦੀ ਰੱਬੀ ਜੋਤ ਕਰਕੇ ਮੰਨਦੇ ਨੇ ਸ਼ੁਰੂ ਤੋਂ ਹੀ। ਤੇ ਇਸੇ ਤਰ੍ਹਾਂ ਹੁਣ ਬੇਬੇ ਨਾਨਕੀ ਜੀ ਪਹਿਲਾਂ ਹੀ ਇਹ ਗੱਲ ਆਖ ਦਿੰਦੇ ਨੇ ਕਿ ਮੈਨੂੰ ਇਹ ਸਮਝ ਲਓ ਵੀ ਮੈਂ ਅਣਜਾਣ ਆ, ਪਤਾ ਤਾਂ ਸਭ ਕੁਝ ਹੈ। ਤੇ ਫਿਰ ਆਪਣੇ ਕੰਠ ਤੋਂ ਬਚਨ ਉਚਾਰਨ ਕਰਦੇ ਨੇ ਭਵ ਤਾਰਨ ਕੋ ਭਵ ਲੀਨ ਤੁਮੈ। ਤੇ ਕਹਿੰਦੇ ਸੰਸਾਰ ਨੂੰ ਤਾਰਨ ਦੇ ਵਾਸਤੇ ਕਹਿੰਦੇ ਤੁਸੀਂ ਇਸ ਜਗਤ ਦੇ ਵਿੱਚ ਅਵਤਾਰ ਧਾਰਨ ਕੀਤਾ ਹੈ। ਭਵ ਦਾਇਕ ਨਾਮ ਪਰਮਾਉ ਹੋਵੇ। ਕਹਿੰਦੇ ਹੇ ਮੁਕਤੀ ਦੇ ਦਾਤੇ, ਸਾਨੂੰ ਸਭ ਕੁਝ ਪਤਾ ਹੈ ਵੀ ਤੁਸੀਂ ਕੀ ਕੁਝ ਆਖਣਾ ਚਾਹੁੰਦੇ ਹੋ, ਜਾਂ ਅਸੀਂ ਤੁਹਾਡੀ ਵਿਚਾਰਧਾਰਾ ਕਿੱਥੋਂ ਤੱਕ ਸਮਝਦੇ ਹਾਂ। ਸਾਨੂੰ ਇੰਨਾ ਕੁ ਇਲਮ ਹੈ ਜੋ ਕੁਝ ਵੀ ਤੁਸੀਂ ਆਖਿਆ ਵੀ ਇਸ ਜਗਤ ਦੇ ਵਿੱਚੋਂ ਬਚਣਾ ਬਹੁਤ ਔਖਾ ਹੈ, ਤੇ ਬਚਣ ਦਾ ਕਾਰਨ ਵੀ ਦੱਸ ਦਿੱਤਾ, ਤਰੀਕਾ ਵੀ ਦੱਸ ਦਿੱਤਾ ਕਿਵੇਂ ਬਚਿਆ ਜਾ ਸਕਦਾ। ਤੇ ਬੇਬੇ ਨਾਨਕੀ ਜੀ ਆਖਦੇ ਨੇ ਕਿ ਹੇ ਮੁਕਤੀ ਦੇ ਦਾਤੇ, ਫਿਰ ਵੀ ਕਹਿੰਦੇ ਤੁਸੀਂ ਸਾਨੂੰ ਭਰਮਾਓ ਨਾ, ਜੋ ਕੁਝ ਵੀ ਅਸੀਂ ਤੁਹਾਡੇ ਨਾਲ ਬਚਨ ਕਰਨੇ ਨੇ ਨਾ, ਉਹ ਬਚਨ ਅਸੀਂ ਕਰਕੇ ਰਹਾਂਗੇ। ਦੋਹਰਾ ਇਹ ਬਿਦ ਕੀ ਸੁਧ ਤੁਮੇ ਕੋ, ਜਾਨੋ ਸਭ ਵਿਚਾਰ, ਕਰੁਣਾ ਹੈ ਕਰਤਾਰ ਕੀ, ਤੋ ਪਰਸ ਸਾ ਅਪਾਰ। ਤੇ ਕਹਿੰਦੇ ਤੁਹਾਨੂੰ ਇਸ ਤਰ੍ਹਾਂ ਵੀ ਖਬਰ ਹੈ, ਬੇਬੇ ਨਾਨਕੀ ਜੀ ਬਚਨ ਕਰਦੇ ਨੇ, ਕਹਿੰਦੇ ਤੁਹਾਨੂੰ ਸਾਰੀ ਖਬਰ ਹੈ ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ, ਉਸ ਪਰਵਤਦਿਗਾਰ ਦੀ ਤੁਹਾਡੇ ਉੱਤੇ ਅਪਾਰ ਕਿਰਪਾ ਹੈ, ਅਪਾਰ ਬਖਸ਼ਿਸ਼ ਹੈ। ਤੇ ਕਹਿੰਦੇ ਤੁਸੀਂ ਸਾਰਾ ਕੁਝ ਹੀ ਜਾਣਦੇ ਹੋ। ਤੋਟਕ ਛੰਦ ਇੱਕ ਸੋਦਰ ਮੈਂ ਬਿਨਤੀ ਸੁਣਿਆ, ਇਹ ਬੈਣ ਭਲੇ ਮਨ ਮੈਂ ਗੁਣਿਆ। ਕਹਿੰਦੇ ਹੇ ਭਰਾ ਜੀ, ਮੇਰੀ ਇੱਕ ਬੇਨਤੀ ਸੁਣਿਓ। ਕਹਿੰਦੇ ਇਹਨਾਂ ਬਚਨਾਂ ਨੂੰ, ਇਹ ਬੈਣ ਭਲੇ ਮਨ ਮੈਂ ਗੁਣਿਓ। ਤੇ ਕਹਿੰਦੇ ਜਿਹੜੇ ਹੁਣ ਮੈਂ ਗੱਲ ਤੁਹਾਨੂੰ ਆਖਣ ਲੱਗੀ ਆ ਨਾ ਮੇਰੇ ਪਿਆਰੇ ਵੀਰ ਜੀ, ਆਪਣੇ ਮਨ ਦੇ ਵਿੱਚ ਭਲਾ ਕਰਕੇ ਇਹਦੀ ਵਿਚਾਰ ਕਰਨਾ, ਇਹ ਸਮਝਣਾ ਵੀ ਇਹ ਕੋਈ ਚੰਗੀ ਵਿਚਾਰ ਹੈ। ਤੇ ਇਸ ਗੱਲ ਦੀ ਕਹਿੰਦੇ ਆਪਣੇ ਮਨ ਦੇ ਵਿੱਚ ਤੁਸੀਂ ਵਿਚਾਰ ਕਰਿਓ। ਜਬ ਆਏ ਸਦੇਵ ਕਹੋ ਤਬ ਹੀ, ਉਚਰੋ ਨ ਕਦਾਜਿਤ ਜੋ ਕਬਹੀ। ਕਹਿੰਦੇ ਪਰ ਜਦੋਂ ਤੁਸੀਂ ਆਗਿਆ ਦਵੋਗੇ ਗੱਲ ਕਰਨ ਦੀ,
ਮੈਨੂੰ ਵਚਨ ਆਖਣ ਦੀ, ਮੈਂ ਉਦੋਂ ਹੀ ਤੁਹਾਡੇ ਨਾਲ ਇਹ ਵਚਨ ਕਰਾਂਗੀ। ਜੇਕਰ ਤੁਸੀਂ ਮਨਾ ਕਰ ਦਿੰਦੇ ਹੋ ਤਾਂ ਮੈਂ ਫਿਰ ਇਹ ਵਚਨ ਨਹੀਂ ਉਚਾਰਨ ਕਰਾਂਗੀ, ਤੇ ਫਿਰ ਕਦੇ ਵੀ ਕਹਿੰਦੇ ਤੁਹਾਡੇ ਨਾਲ ਇਸ ਵਿਸ਼ੇ ਦੇ ਉੱਤੇ ਗੱਲ ਨਾ ਕਰਾਂਗੀ। ਜਨ ਤਾਰਨ ਬੈਨ ਬਿਨੈ ਸੁਨ ਕੇ ਪ੍ਰਸੀਦਤ ਭੇ ਨਮਤਾ ਗੁਣ ਕੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਦੁਨੀਆ ਦਾ ਪਾਰ ਉਤਾਰਾ ਕਰਦੇ ਨੇ, ਆਪਣੇ ਦਾਸਾਂ ਨੂੰ ਉਤਾਰਦੇ ਨੇ, ਤੇ ਜਦੋਂ ਬੇਬੇ ਨਾਨਕੀ ਜੀ ਦੇ ਇਹ ਵਚਨ ਸੁਣੇ ਨੇ ਨਾ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੜੇ ਹੀ ਖੁਸ਼ ਹੁੰਦੇ ਨੇ, ਤੇ ਨਾਲ ਹੀ ਨਾਲ ਆਪਣੇ ਮਨ ਦੇ ਵਿੱਚ ਨਿਮਰਤਾ ਭਰਿਆ ਸੁਭਾਅ ਧਾਰਨ ਕਰਕੇ ਫਿਰ ਬੋਲਦੇ ਹਨ। ਮਨ ਜੋਨ ਮਨੋਰਥ ਸ਼ੰਕ ਬਿਨਾ ਮੁਖ ਭਾਕੋ ਮੈਂ ਅਨੁਸਾਰ ਸੁਨਾ। ਤੇ ਫਿਰ ਆਖਦੇ ਨੇ ਕਹਿੰਦੇ ਜੋ ਵੀ ਤੁਹਾਡੇ ਮਨ ਦੇ ਵਿੱਚ ਚੱਲਦਾ ਹੈ ਨਾ, ਜੋ ਵੀ ਤੁਸੀਂ ਵਚਨ ਕਰਨਾ ਚਾਹੁੰਦੇ ਹੋ, ਬਿਨਾਂ ਕਿਸੇ ਸ਼ੰਕੇ ਤੋਂ, ਬਿਨਾਂ ਕਿਸੇ ਡਰ ਤੋਂ ਤੁਸੀਂ ਉਹ ਵਚਨ ਸਾਨੂੰ ਆਖ ਸਕਦੇ ਹੋ। ਤਬ ਬਾਕ ਨਾ ਮੋਰ ਸਕੋ ਕਬਹੀ ਸੁਨ ਸੁਣ ਸੁਸਾ ਕਹਿ ਜੋ ਤਬਹੀ। ਤੇ ਪਾਤਸ਼ਾਹ ਜੀ ਆਖਦੇ ਨੇ ਕਹਿੰਦੇ ਮੈਂ ਤੁਹਾਡੇ ਕਦੇ ਵੀ ਵਚਨਾਂ ਨੂੰ ਨਹੀਂ ਮੋੜਿਆ। ਜੋ ਕੁਝ ਵੀ ਤੁਸੀਂ ਆਖਿਆ ਹੈ ਨਾ, ਉਹ ਸਾਰੇ ਵਚਨਾਂ ਨੂੰ ਮੈਂ ਸਿਰ ਮੱਥੇ ਮੰਨਿਆ। ਤੁਸੀਂ ਬਿਨਾਂ ਕਿਸੇ ਸ਼ੰਕੇ ਤੋਂ, ਬਿਨਾਂ ਕਿਸੇ ਭੈ ਤੋਂ ਮੈਨੂੰ ਵਚਨ ਆਖ ਸਕਦੇ ਹੋ। ਤੇ ਕਹਿੰਦੇ ਜਦੋਂ ਇਹ ਵਚਨ ਬੇਬੇ ਨਾਨਕੀ ਜੀ ਨੇ ਆਪਣੇ ਕੰਨਾਂ ਦੇ ਨਾਲ ਸੁਣੇ ਨਾ, ਸੁਣ ਸ਼ਰੋਣ, ਸ਼ਰੋਣ ਦਾ ਭਾਵ ਹੁੰਦਾ ਕੰਨ, ਤੇ ਜਦੋਂ ਕੰਨਾਂ ਦੇ ਨਾਲ ਬੇਬੇ ਨਾਨਕੀ ਜੀ ਨੇ ਇਹ ਵਚਨ ਸੁਣੇ ਨੇ, ਤੇ ਬੇਬੇ ਨਾਨਕੀ ਜੀ ਉਸੇ ਵੇਲੇ ਫਿਰ ਬੋਲੇ ਹਨ। ਕੁਲਵਾਨਨ ਕੀ ਤਨਿਆ ਸਤਨਾ ਸਨਮਾਨ ਕਰੋ ਨਹਿਜੇ ਬਦਨਾ। ਕਹਿੰਦੇ ਤੁਹਾਡੇ ਘਰ ਦੇ ਵਿੱਚ ਇੱਕ ਚੰਗੀ ਕੁਲ ਦੀ, ਇੱਕ ਚੰਗੇ ਪਰਿਵਾਰ ਦੀ ਧੀ ਤੁਹਾਡੇ ਘਰ ਦੇ ਵਿੱਚ ਤੁਹਾਡੇ ਪਤਨੀ ਦੇ ਰੂਪ ਦੇ ਵਿੱਚ ਆਈ ਹੈ, ਤੇ ਇਸੇ ਕਰਕੇ ਕਹਿੰਦੇ ਸਨਮਾਨ ਕਰੋ ਨਹਿਜੇ ਬਦਨਾ। ਆਪਣੇ ਮੁਖ ਤੋਂ ਕੁਝ ਪਿਆਰ ਭਰੇ ਵਚਨ ਉਹਨਾਂ ਨੂੰ ਆਖਿਆ ਕਰੋ, ਆਪਣੇ ਮੁਖ ਤੋਂ ਉਹਨਾਂ ਦਾ ਸਨਮਾਨ ਕਰੋ। ਤੇ ਮਾਤ ਪਿਤਾ ਜਬ ਆਵਤ ਹੈ ਦੁਰਭਾਗ ਲਾਇ ਲਜਾਵਤ ਹੈ। ਕਹਿੰਦੇ ਜਦੋਂ ਵੀ ਉਹਨਾਂ ਦੇ ਮਾਤਾ ਪਿਤਾ ਜੀ ਚੱਲ ਕੇ ਆਉਂਦੇ ਨੇ ਨਾ, ਤੇ ਸਾਨੂੰ ਫਿਰ ਉੱਚੇ ਬੋਲ ਬੋਲ ਕੇ ਜਾਂਦੇ ਨੇ, ਤੇ ਸਾਡੀ ਇੱਜ਼ਤ ਜਿਹੜੀ ਹੈ, ਇੱਜ਼ਤ ਦੀ ਖਿੱਲੀ ਉਡਾਉਂਦੇ ਨੇ, ਸਾਨੂੰ ਲੱਜਿਤ ਕਰਕੇ ਜਾਂਦੇ ਹਨ। ਸੁਣ ਦੂਸ਼ਣ ਹੋਏ ਰਹੋ ਤਿਨ ਤੇ ਨਹਿਸਾ ਮੋਹੇ ਤਾਂ ਬਚਨਾ ਪਨਤੇ। ਕਹਿੰਦੇ ਜਦੋਂ ਫਿਰ ਉਹ ਆ ਕੇ ਬੋਲ ਕਬੋਲ ਸਾਨੂੰ ਬੋਲਦੇ ਨੇ, ਤੇ ਕਹਿੰਦੇ ਉਹਨਾਂ ਦੇ ਵਚਨ ਸੁਣ ਕੇ ਕਹਿੰਦੇ ਸਾਨੂੰ ਵੀ ਚੁੱਪ ਰਹਿਣਾ ਪੈਂਦਾ, ਸਾਨੂੰ ਵੀ ਰਿਸ਼ਤੇਦਾਰੀ ਦਾ ਖਿਆਲ ਰੱਖਣਾ ਪੈਂਦਾ ਵੀ ਭਾਈ ਪਰਿਵਾਰ ਸਾਡੇ ਨਾਲ ਜੁੜਿਆ, ਨਵਾਂ ਰਿਸ਼ਤਾ ਜੁੜਿਆ ਹੈ, ਇਸ ਕਰਕੇ ਕਹਿੰਦੇ ਸਾਨੂੰ ਵੀ ਚੁੱਪ ਕਰਕੇ ਰਹਿਣਾ ਪੈਂਦਾ। ਤੇ ਉਹਨਾਂ ਦੇ ਸਾਹਮਣੇ ਕਹਿੰਦੇ ਸਾਡੇ ਕੋਲੋਂ ਫਿਰ ਬੋਲਿਆ ਨਹੀਂ ਜਾਂਦਾ। ਤੁਬ ਸੰਤ ਸੁਭਾਏ ਦਇਆ ਸੁਪਗਾ ਉਪਕਾਰ ਵਿਖੈ ਦਿਨ ਰਹਿਣ ਲੱਗਾ। ਕਹਿੰਦੇ ਤੁਸੀਂ ਤਾਂ ਦਇਆ ਦੇ ਪੁੰਜ ਹੋ, ਤੁਹਾਡਾ ਸੰਤਾਂ ਵਾਲਾ ਸੁਭਾਅ ਹੈ, ਤੇ ਤੁਸੀਂ ਕਹਿੰਦੇ ਦਿਨ ਰਾਤ ਹੀ ਉਪਕਾਰ ਵਾਲੇ ਕਾਰਜਾਂ ਦੇ ਵਿੱਚ ਲੱਗੇ ਰਹਿੰਦੇ ਹੋ। ਕਰੇ ਦਿਲਗੀਰ ਨਾ ਜਾ ਕਰਨੀ ਕੁਲਵਾਨਨ ਕੀ ਤਨਿਆ ਤੁਰਨੀ। ਕਹਿੰਦੇ ਕਦੇ ਕਦਾਈ ਆਪਣੀ ਇਸਤਰੀ ਦੇ ਨਾਲ ਵੀ ਇਸ ਤਰ੍ਹਾਂ ਖੁੱਲ੍ਹ ਦਿਲੀ ਦੇ ਨਾਲ ਵਿਚਰਿਆ ਕਰੋ। ਉਹ ਬੜੀ ਹੀ ਕਹਿੰਦੇ ਉੱਚੀ ਕੁੱਲ ਵਾਲਿਆਂ ਦੀ ਧੀ ਹੈ। ਗੁਣ ਐਨ ਸੁਣਿਓ ਮੁਖ ਭੈਣ ਕਹੇ ਕੌਣ ਕੌਣ ਪਦਾਰਥਹੀਨ ਰਹੇ। ਤੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਪਿਆਰੇ ਭੈਣ ਜੀ ਦੇ ਕੋਲੋਂ ਇਹ ਵਚਨ ਸੁਣੇ ਨਾ, ਤਾਂ ਪਾਤਸ਼ਾਹ ਜੀ ਆਖਦੇ ਨੇ ਵੀ ਤੁਸੀਂ ਦੱਸੋ ਵੀ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ, ਕਿਸ ਪਦਾਰਥ ਦੀ ਲੋੜ ਹੈ, ਕਿਸੇ ਚੀਜ਼ ਦੀ ਘਾਟ ਹੈ ਤਾਂ ਸਾਨੂੰ ਦੱਸਣਾ ਕਰੋ। ਚਿਤ ਚਾਹੇ ਪੁਚਾਏ ਤੇ ਉਹ ਸਭ ਹੀ ਨਹਿ ਰੰਜ ਕਿਉ ਉਰਹਤਾ ਕਬਹੀ। ਕਹਿੰਦੇ ਜੋ ਵੀ ਉਹਨਾਂ ਦਾ ਮਨ ਚਾਹੁੰਦਾ ਹੈ ਮੈਂ ਤੁਰੰਤ ਹੀ ਉਹ ਸਾਰੀਆਂ ਚੀਜ਼ਾਂ ਪਹੁੰਚਾ ਦਿੰਦਾ। ਉਸ ਨੇ ਕਹਿੰਦੇ ਦਿਲ ਦੇ ਵਿੱਚ ਕਦੇ ਵੀ ਰੰਜਿਸ਼ ਨਹੀਂ ਰੱਖੀ, ਕਦੇ ਵੀ ਕਹਿੰਦੇ ਕੋਈ ਵੀ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਹੈ ਨਾ, ਤੁਹਾਨੂੰ ਲੱਗਦਾ ਹੈ ਵੀ ਕਿਸੇ ਚੀਜ਼ ਦੀ ਉਹਨਾਂ ਦੇ ਕੋਲ ਕਮੀ ਹੈ, ਕੋਈ ਘਾਟ ਹੈ, ਤਾਂ ਦੱਸੋ, ਕਹਿੰਦੇ ਮੈਂ ਉਹ ਸਾਰੀਆਂ ਵਸਤੂਆਂ ਹੁਣੇ ਮੁਹੱਈਆ ਕਰਵਾ ਦਿੰਦਾ ਹਾਂ। ਭਗਨੀ ਕਹਿ ਤੂੰ ਪ੍ਰਿਯ ਦੀਨਨ ਕੋ ਸਭ ਦੀਨ ਪਦਾਰਥ ਹੀਨਨ ਕੋ। ਤੇ ਬੇਬੇ ਨਾਨਕੀ ਜੀ ਆਖਦੇ ਨੇ ਕਿ ਹੇ ਮੇਰੇ ਪਿਆਰੇ ਜੀ, ਪਿਆਰੇ ਵੀਰ ਜੀ, ਕਹਿੰਦੇ ਤੁਸੀਂ ਤਾਂ ਪ੍ਰਿਯ ਦੀਨਨ ਕੋ, ਦੀਨਨ ਦਾ ਭਾਵ ਹੁੰਦਾ ਗਰੀਬ, ਪ੍ਰਿਯ ਦਾ ਭਾਵ ਹੁੰਦਾ ਪਿਆਰੇ। ਕਹਿੰਦੇ ਤੁਸੀਂ ਤਾਂ ਗਰੀਬਾਂ ਦੇ ਪਿਆਰੇ ਹੋ। ਸਭ ਦੀਨ ਪਦਾਰਥ ਹੀਨਨ ਕੋ, ਤੇ ਕਹਿੰਦੇ ਤੁਸੀਂ ਸਾਰੇ ਪਦਾਰਥ ਹੀ ਉਹਨਾਂ ਗਰੀਬਾਂ ਨੂੰ ਦਿੰਦੇ ਹੋ।
सब ते बद आदर है मुख को, त्यों को पत बैन कहे सुख को। कहते सब तो बड़ा सत्कार जिहड़ा है ना वो मनुख की बोली तो मन्निया जाता, मनुख के बचना करके ही सत्कार जिहड़ा सब तो बड़ा मन्निया जाता। दुनिया दे विच सब तो बड़ा पदार्थ जिहड़ा कीमती पदार्थ है ना, सब तो कीमती पदार्थ मनुख की बोल चाल है। दुनियावी तौर के उत्ते साडे कोल धन पदार्थ चाहे बहुत होवे, असी वधिया गड्डियां दे विच घुमदे होइए, सफ़र करते होइए, पर साडा वो वधिया गड्डियां विच घुमिया होया तां ही सफल होवेगा जदों असी किते ना किते कोई सानू कोई साडे तो नीवा, कोई रिक्शे वाला, कोई दिहाड़ीदार, जेकर असी उस दे नाल गलबात वधिया ढंग दे नाल करदे हां, जेकर असी उस मेहनत वाले ईमानदार आदमी नूं किसे चंगी बोल चाल दे नाल उहदा इज्जत मान करदे हां ना, ਤਾਂ ਹੀ ਸਾਡਾ ਜਿਹੜਾ ਆਤਮਿਕ ਤੌਰ ਤੇ ਜਿਹੜੀ ਸਾਡੀ ਆਤਮਾ ਦੀ ਅਮੀਰੀ ਦੀ ਗੱਲ ਉੱਥੋਂ ਪਤਾ ਲੱਗੇ। ਕੋਈ ਵੱਡਾ ਇਸ ਗੱਲ ਦੇ ਨਾਲ ਨਹੀਂ ਹੋ ਜਾਂਦਾ ਵੀ ਸਾਨੂੰ ਕਿਸੇ ਮੰਤਰੀ ਨੇ ਆਪਣੇ ਧੀ ਪੁੱਤਰ ਦੇ ਵਿਆਹ ਦੇ ਵਿੱਚ ਸੱਦ ਲਿਆ ਤੇ ਅਸੀਂ ਉਸ ਵੱਡੇ ਵਿਆਹ ਦੇ ਵਿੱਚ ਸ਼ਾਮਲ ਹੋ ਗਏ ਤਾਂ ਭਾਈ ਅਸੀਂ ਵੱਡੇ ਹੋ ਗਏ। ਨਹੀਂ, ਤੁਸੀਂ ਉਸ ਵਿਆਹ ਦੇ ਵਿੱਚ ਸ਼ਿਰਕਤ ਕਰਕੇ, ਉਸ ਵਿਆਹ ਦੇ ਵਿੱਚ ਪਹੁੰਚ ਕੇ ਉੱਥੋਂ ਦੇ ਵੇਟਰਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਹੋ, ਤੁਹਾਡੀ ਅਮੀਰੀ ਉਸ ਗੱਲ ਤੋਂ ਪਤਾ ਲੱਗਣੀ, ਤੁਸੀਂ ਵੱਡੇ ਉਸ ਗੱਲ ਤੋਂ ਪਤਾ ਲੱਗੇਗਾ। ਤੇ ਬੇਬੇ ਨਾਨਕੀ ਜੀ ਆਖਦੇ ਨੇ, ਕਹਿੰਦੇ ਦੁਨੀਆ ਦੇ ਉੱਤੇ ਪਦਾਰਥਾਂ ਦਾ ਵਾਧਾ ਘਾਟਾ ਚੱਲਦਾ ਰਹਿੰਦਾ, ਕੋਈ ਅਮੀਰ ਹੋਵੇ ਕੋਈ ਗਰੀਬ ਹੋਵੇ, ਪਰ ਕਹਿੰਦੇ ਜਿਹੜੀ ਅਸਲ ਅਮੀਰੀ ਹੈ ਨਾ ਉਹ ਮਨੁੱਖ ਦੀ ਬੋਲਚਾਲ ਤੋਂ ਪਤਾ ਲੱਗਦੀ ਹੈ। ਤੇ ਕਹਿੰਦੇ ਉਹਨਾਂ ਦੇ ਕੋਲ ਪਦਾਰਥਾਂ ਦੀ ਕਿਸੇ ਤਰ੍ਹਾਂ ਦੀ ਕਮੀ ਨਹੀਂ, ਕਹਿੰਦੇ ਬਸ ਇੰਨਾ ਹੈ ਵੀ ਤੁਸੀਂ ਉਹਨਾਂ ਨੂੰ ਆਪਣੇ ਮੁਖ ਤੋਂ ਚੰਗੇ ਬਚਨ ਉਚਾਰਨ ਕਰ ਦਿਆ ਕਰੋ, ਉਹਨਾਂ ਦਾ ਆਪਣੇ ਮੁਖ ਤੋਂ ਮਾਣ ਸਨਮਾਨ ਕਰਿਆ ਕਰੋ। ਇੱਥੋਂ ਤੱਕ ਦੇ ਵਿਚਾਰਾ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੇਬੇ ਨਾਨਕੀ ਜੀ ਦੇ ਕੋਲ ਚੱਲ ਕੇ ਆ ਕੇ ਉਹਨਾਂ ਨੂੰ ਦਰਸ਼ਨ ਦਿੰਦੇ ਨੇ ਤੇ ਬੇਬੇ ਨਾਨਕੀ ਜੀ ਆਪਣੇ ਭਰਾ ਦੇ ਨਾਲ, ਪਿਆਰੇ ਵੀਰ ਦੇ ਨਾਲ ਵਿਚਾਰ ਚਰਚਾ ਕਰਦੇ ਨੇ, ਵਿਚਾਰਾ ਸੁਣਦੇ ਨੇ, ਆਪਣਾ ਪੱਖ ਵੀ ਬੇਬੇ ਨਾਨਕੀ ਜੀ ਆਪਣੇ ਮਨ ਦੀਆਂ ਵਿਚਾਰਾਂ ਵੀ ਆਪਣੇ ਵੀਰ ਨਾਲ ਸਾਂਝੀਆਂ ਕਰਦੇ ਨੇ। ਰਹਿੰਦੀਆਂ ਵਿਚਾਰਾਂ ਅਸੀਂ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।